ਤੁਸੀਂ ਕਿਹਾ ਕਿ ਪੈਸੇ ਜਿਹੜੇ ਵਿਧਾਇਕਾਂ ਨੂੰ ਜਾਂਦੇ 5 ਲੱਖ 7 ਲੱਖ 6 ਲੱਖ ਕਈਆਂ ਨੂੰ ਪੈਨਸ਼ਨਾਂ ਜਾਂਦੀਆਂ ਸੀ, ਉਹਦੇ ਨਾਲ ਪੰਜਾਬ ਦਾ ਖਜ਼ਾਨਾ ਭਰਪੂਰ ਹੋਊਗਾ। ਬਿਲਕੁਲ ਹੋਊਗਾ, ਅਸੀਂ ਇਹਦੇ ਨਾਲ ਬਿਲਕੁਲ ਦਰੁਸਤ ਸਹਿਮਤ ਹਾਂ ਇਸ ਨਾਲ। ਪਰ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਆਪ ਜੀ ਨੂੰ ਪਤਾ ਸੀਗਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਜਿਹਨੂੰ ਤੁਸੀਂ ਖੁਦ ਕਹਿੰਦੇ ਹੁੰਦੇ ਸੀ ਇਹਨੂੰ ਖਜ਼ਾਨਾ ਕਿਹਨੂੰ ਕਹਿੰਦੇ ਹੋ, ਇਹਨੂੰ ਪੀਪਾ ਕਹੋ। ਐਡਾਂ ਦਿੱਤੀਆਂ ਪਹਿਲੇ ਪੇਜ ਤੇ ਮੈਨੂੰ ਲੱਗਦਾ 25 ਲੱਖ 50 ਲੱਖ। ਹੁਣ ਅਖਬਾਰਾਂ ਦੀ ਸਰਕੂਲੇਸ਼ਨ ਤੇ ਡਿਪੈਂਡ ਕਰਦਾ ਵੀ ਉਹ ਪੇਜ ਦੀ ਕੀਮਤ ਕਿੰਨੀ ਹੁੰਦੀ ਹੈ, ਫਰੰਟ ਪੇਜ ਤੇ ਐਡ ਦੇਣ ਦੀ, ਫੁੱਲ ਪੇਜ ਐਡ। ਤੁਸੀਂ ਹਰੇਕ ਸਟੇਟ ਦਾ ਆਲਮੋਸਟ ਜਿਨ੍ਹਾਂ ਸਟੇਟਾਂ 'ਚ ਤੁਸੀਂ ਐਡ ਦਿੱਤੀ ਉਹਦਾ ਖਰਚਾ ਤੁਸੀਂ ਪਾਰਟੀ ਫੰਡ ਚੋਂ ਦਿੱਤਾ, ਜਾਂ ਉਹ ਦਿੱਲੀ ਨੇ ਖਰਚਾ ਕੀਤਾ, ਜਾਂ ਉਹ ਤੁਸੀਂ ਪੰਜਾਬ ਦੇ ਫੰਡਾਂ ਚੋਂ ਦਿੱਤਾ। ਇਹ ਜਵਾਬ ਮੰਗਦਾ ਪੰਜਾਬ ਤੇ ਹਰ ਪੰਜਾਬੀ। ਜਦੋਂ ਪਤਾ ਸੀ ਵੀ ਤੁਹਾਡੇ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜੱਸੀ ਜਸਰਾਜ। ਪੰਜਾਬ ਸਰਕਾਰ ਦਾ ਜਿਹੜਾ ਨਿਰਣਾ ਉਹਨਾਂ ਨੇ ਲਿਆ ਕਿ ਇੱਕ ਵਿਧਾਇਕ ਚਾਹੇ 5 6 7 ਵਾਰੀ ਜਿੰਨੀ ਮਰਜ਼ੀ ਵਾਰ ਵਿਧਾਇਕ ਬਣਿਆ ਹੋਵੇ ਜਾਂ ਬਣੂਗਾ ਜਾਂ ਬਣਿਆ ਆ, ਉਹਨੂੰ ਪੈਨਸ਼ਨ ਇੱਕੋ ਹੀ ਮਿਲੂਗੀ। ਇਸ ਸਰਕਾਰ ਦੇ ਇਸ ਫੈਸਲੇ ਨਾਲ ਅਸੀਂ ਸਹਿਮਤ ਹਾਂ ਤੇ ਵਧਾਈ ਦਿੰਦੇ ਹਾਂ ਭਗਵੰਤ ਮਾਨ ਜੀ ਨੂੰ ਤੇ ਸਵਾਗਤ ਕਰਦੇ ਹਾਂ ਇਸ ਫੈਸਲੇ ਦਾ। ਚੰਗਾ ਫੈਸਲਾ, ਬਸ਼ਰਤੇ ਕਿ ਫੈਸਲਾ ਇਸ ਲਈ ਨਾ ਲਿਆ ਗਿਆ ਹੋਵੇ ਕਿ ਰਾਜ ਸਭਾ ਦਾ ਮੁੱਦਾ ਜਿਹੜੇ ਗੈਰ ਪੰਜਾਬੀ ਬੰਦੇ, ਜਿਹੜੇ ਪੰਜਾਬ ਦੀ ਕੋਈ ਸੋਝੀ ਨਹੀਂ ਰੱਖਦੇ, ਸੂਝ ਨਹੀਂ ਰੱਖਦੇ, ਜਿਹੜੇ ਪੰਜਾਬ ਦੇ ਕਿਸਾਨਾਂ ਦੇ, ਨੌਜਵਾਨਾਂ ਦੇ, ਪੰਜਾਬ ਦੇ ਅਸਲੀ ਮੁੱਦੇ, ਪੰਜਾਬੀ ਬੋਲਦੇ ਭਾਸ਼ਾ ਦੇ ਮੁੱਦੇ, ਸਾਡੇ ਪਾਣੀਆਂ ਦੇ ਮੁੱਦੇ, ਉਹ ਦਰਕਿਨਾਰ ਕਰਨ ਵਾਲੇ ਜਿਹੜੇ ਤੁਸੀਂ ਇਹ 5 ਰਾਜ ਸਭਾ ਮੈਂਬਰ ਭੇਜੇ ਹੈ, ਉਹਦੇ ਉੱਤੇ ਇੱਕ ਤੁਸੀਂ ਪੱਤਾ ਹੋਰ ਨਾ ਸਿੱਟਿਆ ਹੋਵੇ ਮਿੱਥ ਕੇ ਕਿ ਲੋਕਾਂ ਨੂੰ ਥੋੜਾ ਖੁਸ਼ ਕਰ ਦਿਓ ਗੁਲਗੁਲੇ ਕਚੌਰੀਆਂ ਖਵਾ ਕੇ ਵੀ ਦੇਖੋ ਜੀ ਇੱਕ ਵਿਧਾਇਕ ਇੱਕੋ ਪੈਨਸ਼ਨ, ਬਹੁਤ ਅੱਛਾ ਫੈਸਲਾ ਅੱਛਾ ਆ। ਅਨਡਾਊਟਡਲੀ ਅਸੀਂ ਇਹਦਾ ਸਵਾਗਤ ਕਰਦੇ ਹਾਂ। ਇਹੋ ਜਿਹੇ ਚੰਗੇ ਫੈਸਲੇ ਲਓ। ਤੁਸੀਂ ਕਿਹਾ ਕਿ ਪੈਸੇ ਜਿਹੜੇ ਵਿਧਾਇਕਾਂ ਨੂੰ ਜਾਂਦੇ 5 ਲੱਖ 7 ਲੱਖ 6 ਲੱਖ ਕਈਆਂ ਨੂੰ ਪੈਨਸ਼ਨਾਂ ਜਾਂਦੀਆਂ ਸੀ, ਉਹਦੇ ਨਾਲ ਪੰਜਾਬ ਦਾ ਖਜ਼ਾਨਾ ਭਰਪੂਰ ਹੋਊਗਾ। ਬਿਲਕੁਲ ਹੋਊਗਾ, ਅਸੀਂ ਇਹਦੇ ਨਾਲ ਬਿਲਕੁਲ ਦਰੁਸਤ ਸਹਿਮਤ ਹਾਂ ਇਸ ਨਾਲ। ਪਰ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਆਪ ਜੀ ਨੂੰ ਪਤਾ ਸੀਗਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ, ਜਿਹਨੂੰ ਤੁਸੀਂ ਖੁਦ ਕਹਿੰਦੇ ਹੁੰਦੇ ਸੀ ਇਹਨੂੰ ਖਜ਼ਾਨਾ ਕਿਹਨੂੰ ਕਹਿੰਦੇ ਹੋ, ਇਹਨੂੰ ਪੀਪਾ ਕਹੋ। ਖਜ਼ਾਨਾ ਤਾਂ ਉਹ ਹੁੰਦਾ ਜਿਹਦੇ 'ਚ ਖਜ਼ਾਨਾ ਹੋਵੇ, ਜਿਹੜਾ ਹੈ ਹੀ ਖਾਲੀ ਉਹ ਤਾਂ ਪੀਪਾ ਹੋਇਆ। ਤੇ ਇਸ ਪੀਪੇ ਦਾ ਤੁਹਾਨੂੰ ਭਲੀ ਭਾਂਤ ਪਤਾ ਸੀ। ਹੁਣ ਤੁਸੀਂ ਨਾ ਨਿਆਣੇ ਨਹੀਂ ਹੈਗੇ, ਸਿਆਣੇ। ਮੈਂ ਕਹਿੰਦਾ ਵੀ ਇਸ ਗੱਲੋਂ ਤਾਂ ਹੋਵੋਗੇ ਕਿਉਂਕਿ ਮਨਪ੍ਰੀਤ ਬਾਦਲ ਤੁਹਾਡਾ ਹੀ ਦੋਸਤ ਸੀ ਤੇ ਉਹ ਅਕਾਲੀਆਂ ਦੀ ਸਰਕਾਰ 'ਚ ਵੀ ਫਾਈਨੈਂਸ ਮਿਨਿਸਟਰ ਰਿਹਾ ਤੇ ਉਹ ਕਾਂਗਰਸ ਦੀ ਸਰਕਾਰ 'ਚ ਵੀ ਫਾਈਨੈਂਸ ਮਿਨਿਸਟਰ ਰਿਹਾ। ਤੁਹਾਡਾ ਜਿਗਰੀ ਯਾਰ, ਪੀਪਲਸ ਪਾਰਟੀ ਆਫ ਪੰਜਾਬ ਦਾ ਤੁਹਾਡਾ ਸਾਥੀ, ਉਹਨੇ ਇਹ ਤਾਂ ਦੱਸਿਆ ਹੋਊਗਾ ਵੀ ਖਜ਼ਾਨਾ ਖਾਲੀ, ਤੁਹਾਨੂੰ ਪਤਾ ਸੀ। ਫਿਰ ਜੇ ਤੁਹਾਨੂੰ ਇਹ ਪਤਾ ਸੀ, ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਵੀ ਫਿਰ ਤੁਸੀਂ ਫਜ਼ੂਲ ਖਰਚੀ ਕਿਉਂ ਕੀਤੀ ਸਹੁੰ ਚੁੱਕ ਸਮਾਗਮ ਤੇ? ਪੰਜਾਬ ਜਵਾਬ ਮੰਗਦਾ ਇਸ ਗੱਲ ਦਾ। ਹੁਣ ਮੈਨੂੰ ਪਤਾ ਵੀ ਤੁਸੀਂ ਮੀਡੀਆ ਤੋਂ ਅੱਖਾਂ ਚੁਰਾਉਣ ਲੱਗ ਪਏ, ਹੁਣ ਸਾਹਮਣੇ ਨਹੀਂ ਆਉਂਦੇ। ਇਹ ਡਰਿਆ ਹੋਇਆ, ਇਹ ਬੌਂਦਲਿਆ ਹੋਇਆ, ਇਹ ਗਲੇ ਸੁੱਕਣ ਵਾਲਾ ਭਗਵੰਤ ਮਾਨ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ। ਕੋਈ ਗੱਲ ਨਹੀਂ, ਜ਼ਿੰਮੇਵਾਰੀ ਵੱਡੀ ਹੈ। ਕਈ ਵਾਰੀ ਜਦੋਂ ਦੂਰ ਖੜੇ ਮੈਚ ਦੇਖਦੇ ਹੁੰਦੇ ਆ ਉਦੋਂ ਕਾਫੀ ਚੀਜ਼ਾਂ ਸੌਖੀਆਂ ਲੱਗਦੀਆਂ ਨੇ। ਸੋ ਮੈਂ ਪੁੱਛਣਾ ਚਾਹੁੰਦਾ ਆਪ ਜੀ ਨੂੰ ਕਿ ਜਦੋਂ ਗੁਜਰਾਤ ਤੋਂ ਲੈ ਕੇ ਹਿਮਾਚਲ, ਹਰਿਆਣਾ, ਪੰਜਾਬ ਤੇ ਹੋਰ ਪਤਾ ਨਹੀਂ ਕਿਹੜੀ ਸਟੇਟ ਦਾ ਜਿਹੜਾ ਫਰੰਟ ਪੇਜ ਸੀ, ਫਰੰਟ ਪੇਜ ਤੇ ਜਦੋਂ ਤੁਸੀਂ ਐਡਾਂ ਦਿੱਤੀਆਂ ਪਹਿਲੇ ਪੇਜ ਤੇ ਮੈਨੂੰ ਲੱਗਦਾ 25 ਲੱਖ 50 ਲੱਖ। ਹੁਣ ਅਖਬਾਰਾਂ ਦੀ ਸਰਕੂਲੇਸ਼ਨ ਤੇ ਡਿਪੈਂਡ ਕਰਦਾ ਵੀ ਉਹ ਪੇਜ ਦੀ ਕੀਮਤ ਕਿੰਨੀ ਹੁੰਦੀ ਹੈ, ਫਰੰਟ ਪੇਜ ਤੇ ਐਡ ਦੇਣ ਦੀ, ਫੁੱਲ ਪੇਜ ਐਡ। ਤੁਸੀਂ ਹਰੇਕ ਸਟੇਟ ਦਾ ਆਲਮੋਸਟ ਜਿਨ੍ਹਾਂ ਸਟੇਟਾਂ 'ਚ ਤੁਸੀਂ ਐਡ ਦਿੱਤੀ ਉਹਦਾ ਖਰਚਾ ਤੁਸੀਂ ਪਾਰਟੀ ਫੰਡ ਚੋਂ ਦਿੱਤਾ, ਜਾਂ ਉਹ ਦਿੱਲੀ ਨੇ ਖਰਚਾ ਕੀਤਾ, ਜਾਂ ਉਹ ਤੁਸੀਂ ਪੰਜਾਬ ਦੇ ਫੰਡਾਂ ਚੋਂ ਦਿੱਤਾ। ਇਹ ਜਵਾਬ ਮੰਗਦਾ ਪੰਜਾਬ ਤੇ ਹਰ ਪੰਜਾਬੀ। ਜਦੋਂ ਪਤਾ ਸੀ ਵੀ ਤੁਹਾਡੇ ਪੱਲੇ ਨਹੀਂ ਧੇਲਾ ਤੇ ਕਰਦੀ ਮੇਲਾ ਮੇਲਾ, ਸਹੁੰ ਚੱਕਣ ਪਿੱਛੇ
ਤੇ ਪੀਆਰਟੀਸੀ ਦੀਆਂ ਬੱਸਾਂ, ਸਰਕਾਰੀ ਬੱਸਾਂ ਲੋਕ ਅੱਡਿਆਂ ਤੇ ਰੁਲਦੇ ਰਹੇ। ਤੁਸੀਂ ਆਪਣਾ ਨਾਂ ਚਮਕਾਉਣ ਲਈ ਪੀਲੀਆਂ ਪੱਗਾਂ ਬੰਨ੍ਹ ਕੇ ਆ ਜਾਓ, ਪੀਲੀਆਂ ਚੁੰਨੀਆਂ ਲੈ ਕੇ ਆ ਜਾਓ, ਭਗਵੰਤ ਮਾਨ ਨੇ ਸਹੁੰ ਚੱਕਣੀ ਹੈ। ਉਹ ਖਰਚਾ ਦੇਖੋ, ਜੇ ਤੁਹਾਨੂੰ ਉਹ ਵਿਧਾਇਕਾਂ ਦੀ ਪੈਨਸ਼ਨ ਕੱਟਣ ਦਾ ਹੱਕ ਹੈ, ਉਹ ਮੈਂ ਉਹਨੂੰ ਸਲੂਟ ਕਰ ਰਿਹਾ, ਪਰ ਨਾਲ ਨਾਲ ਜੇ ਤੁਸੀਂ ਖਰਚੇ ਕੰਟਰੋਲ ਕਰਨੇ ਸੀ ਤੇ ਫਿਰ ਉਹ ਮਣਾ ਮੂੰਹੀ ਖਰਚਾ ਤੁਹਾਡੇ ਸਹੁੰ ਚੁੱਕ ਸਮਾਗਮ ਤੇ ਕਿਉਂ ਕੀਤਾ? ਜਾਂ ਤਾਂ ਉਹ ਤੁਸੀਂ ਮੁੱਖ ਮੰਤਰੀ ਹੋ, ਜੇ ਤਾਂ ਉਹ ਕੇਜਰੀਵਾਲ ਸਾਹਿਬ ਦਿੱਲੀ ਤੋਂ ਪੈਸੇ ਦੇ ਰਿਹਾ ਸਾਨੂੰ ਦੱਸੋ, ਜਾਂ ਤੁਸੀਂ ਕੋਈ ਆਪਣੀ ਜ਼ਮੀਨ ਦੇ ਕੀਲੇ ਵੇਚ ਕੇ ਆ ਉਧਰੋਂ ਕੋਈ ਜਿਹੜਾ ਤੁਹਾਡਾ ਕੋਈ ਸਾਧਨ ਹੈ ਅਮਰੀਕਾ ਤੋਂ ਉੱਥੋਂ ਪੈਸੇ ਮੰਗਾਏ ਨੇ, ਜਾਂ ਐਨਆਰਆਈਆਂ ਦੇ ਫੰਡ ਚੋਂ ਆਏ ਨੇ ਜਿਹੜੇ ਸਹੁੰ ਚੁੱਕ ਸਮਾਗਮ ਤੇ ਲੱਗਿਆ, ਕਿਉਂਕਿ ਪੰਜਾਬ ਦੇ ਖਾਤੇ ਚੋਂ ਅਗਰ ਲੱਗੇ ਹੈ ਤਾਂ ਫਿਰ ਉਹ ਗੁਨਾਹ ਆ। ਘੱਟੋ ਘੱਟ 8-10 ਕਰੋੜ ਰੁਪਇਆ ਮੈਨੂੰ ਲੱਗਦਾ ਪੂਰਾ ਉਹਦੇ ਤੇ ਲੱਗ ਜਾਂਦਾ, ਜਦੋਂ ਐਡਵਰਟਾਈਜ਼ਿੰਗ ਜਿਹੜੇ ਲੈਵਲ ਤੇ ਤੁਸੀਂ ਕੀਤੀ ਆ ਫਰੰਟ ਪੇਜ ਤੇ ਮੀਡੀਆ ਖਰੀਦਿਆ ਹੋਊਗਾ ਚੰਗੀ ਤਰ੍ਹਾਂ, ਤੇ ਉਹ ਤੁਹਾਨੂੰ ਉਹਦਾ ਜਵਾਬ ਦੇਣਾ ਬਣਦਾ ਹੈ। ਕਿਉਂਕਿ ਜੇ ਤੁਸੀਂ ਮੋਦੀ ਜੀ ਤੋਂ 50 ਲੱਖ ਕਰੋੜ ਰੁਪਇਆ ਮੰਗਣ ਗਏ ਹੋ ਤਾਂ ਸ਼ਾਇਦ 10 ਕਰੋੜ ਜਿਹੜਾ ਤੁਹਾਡੇ ਫੁਕਰਪਣੇ ਤੇ ਸਿਰਫ ਤੁਹਾਡੀ ਐਡਵਰਟਾਈਜ਼ਿੰਗ ਤੇ ਲੱਗ ਗਿਆ, ਉਹ 10 ਕਰੋੜ ਘੱਟ ਹੋ ਜਾਣਾ ਸੀ ਤੇ ਉਹ 10 ਕਰੋੜ ਤੁਹਾਨੂੰ ਕੰਮ ਆਉਣਾ ਸੀਗਾ, ਜਿਹੜਾ ਤੁਸੀਂ ਔਰਤਾਂ ਨੂੰ 1-1 ਹਜ਼ਾਰ ਰੁਪਇਆ ਦੇਣ ਦਾ ਵਾਅਦਾ ਕੀਤਾ ਹੋਇਆ, ਉਹ 10 ਕਰੋੜ ਤੁਸੀਂ ਉੱਥੇ ਵਰਤ ਸਕਦੇ ਸੀ। ਸਿਆਣੇ ਹੋ ਤੁਸੀਂ, ਪਰ ਉਹ ਸਾਨੂੰ ਦੱਸਿਓ ਜ਼ਰੂਰ ਵੀ ਉਹ ਪੈਸਾ ਕਿੱਥੋਂ ਆਊਗਾ ਤੇ ਕਿੱਥੋਂ ਆਇਆ। ਜੇ ਪੰਜਾਬੀਆਂ ਦਾ ਆਇਆ ਤਾਂ ਉਹ ਪੰਜਾਬ ਦਾ ਉਹ 10 ਕਰੋੜ ਆ, ਜਿੰਨਾ ਵੀ ਲੱਗਿਆ ਤੁਹਾਨੂੰ, ਤੁਸੀਂ ਸੱਚੇ ਸੁੱਚੇ ਬੰਦੇ ਹੋ ਕਿਉਂਕਿ ਪੱਗ ਬੰਨਦੇ ਹੋ ਨਾ ਸ਼ਹੀਦ ਭਗਤ ਸਿੰਘ ਜੀ ਦੀ, ਤਾਂ ਉਹ ਪੈਸਾ ਜਮ੍ਹਾਂ ਕਰਾਓ ਪੰਜਾਬ ਦੇ ਖਾਤੇ 'ਚ। ਆਪਾਂ ਇਕੱਲੇ ਉਹਨਾਂ ਨੂੰ ਨਹੀਂ ਕਹਿਣਾ ਜਿਹੜੇ ਵਿਧਾਇਕਾਂ ਦੇ ਕਹਿੰਦੇ ਹੋ, ਅਸੀਂ ਤੁਸੀਂ ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ, ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਸੋ ਭਗਵੰਤ ਮਾਨ ਜੀ, ਤੁਸੀਂ ਮੈਨੂੰ ਨਾ ਸਪੀਚਾਂ ਤੁਹਾਡੀਆਂ ਯਾਦ ਹੈ ਕਿਉਂਕਿ ਸਾਥੀ ਰਹੇ ਆ ਤੁਹਾਡੇ, ਤੇ ਪੰਜਾਬੀਆਂ ਨੂੰ ਵੀ ਬਹੁਤ ਯਾਦ ਹੈ, ਬਹੁਤ ਹੱਸਦੇ ਨੇ ਪੰਜਾਬੀ, ਕਿਉਂਕਿ ਪੰਜਾਬ ਇੱਕ ਚੁਟਕਲਾ ਨਹੀਂ ਹੈ, ਇਸ ਲਈ ਤੁਹਾਨੂੰ ਯਾਦ ਕਰਾ ਰਿਹਾ। ਤੁਸੀਂ ਕਿਹਾ ਕਰਦੇ ਸੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਬਾਦਲ, ਓਏ ਕਮਲਿਓ ਘਰੋਂ ਨਿਕਲਣ ਲੱਗੇ ਸਲਾਹ ਤਾਂ ਕਰ ਲਿਆ ਕਰੋ, ਇੱਕ ਇੱਧਰ ਦਾ ਬਿਆਨ ਦਿੰਦਾ, ਇੱਕ ਉੱਤਰ ਵੱਲ, ਇੱਕ ਦੱਖਣ ਵੱਲ, ਇੱਕ ਪੂਰਬ ਵੱਲ ਤੇ ਇੱਕ ਪੱਛਮ ਵੱਲ, ਇਹਨਾਂ ਦੇ ਬਿਆਨ ਹੀ ਨਹੀਂ ਰਲਦੇ ਆਪਸ 'ਚ। ਯਾਦ ਆਇਆ? ਨਾ ਸਿਆਣਾ ਬੰਦਾ ਤੂੰ, ਬਦਾਮ ਖਾਨਾ, ਤੈਨੂੰ ਯਾਦ ਹੋਊਗਾ ਮੇਰੇ ਵੀਰ। ਉਹ ਮੈਂ ਤੈਨੂੰ ਪੁੱਛਣਾ ਚਾਹੁੰਦਾ ਭਰਾਵਾ, ਤੂੰ ਤੇ ਕੇਜਰੀਵਾਲ ਸਲਾਹ ਤਾਂ ਕਰ ਲਿਆ ਕਰੋ, ਉਹ ਤੇਰਾ ਆਕਾ, ਉਹ ਨਕਲੀ ਅਨਿਲ ਕਪੂਰ ਫਰੋਡੀਆ, ਜਿਹੜਾ ਆਪਣੇ ਆਪ ਨੂੰ ਨਾਇਕ ਦੱਸਦਾ, ਜਿਹੜਾ स्पोक्समैन ਦੇ इंटरव्यू च कह रहा सीगा मैं तो 2 महीने पहले तैयारी करके चलता हूं जी, मैं 2 महीने पहले बता देता हूं कि आगे हम कैसा खर्चा करेंगे, कैसा हमारा कहां से फंड्स आएंगे, कैसा होगा। 20,000 करोड़ रेत माफिया से आ जाएगा, जो हम करप्शन कंट्रोल कर लेंगे जी उससे इतना आ जाएगा। ख्वाब दिखाए, देखो जिन्हें ख्वाब दिखाए तो भुगते ओ। प्राइम मिनिस्टर साहब तो फंड मंगना गुनाह नहीं है, मैं आप जी ਨਾਲ ਸਹਿਮਤ ਹਾਂ। ਜੇ ਤੁਹਾਡੀ ਥਾਂ ਤੇ ਮੈਂ ਜਾਂ ਕੋਈ ਵੀ ਹੋਊਗਾ ਉੱਥੇ ਜਾਊਗਾ ਪੰਜਾਬ ਦੇ ਹਿੱਤ 'ਚ ਫੈਸਲਾ ਲੈਣ, ਪਰ ਪਹਿਲਾਂ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਮੰਗਣ ਤੋਂ ਪਹਿਲਾਂ ਆਪਣਾ ਜਿਹੜਾ ਤੁਹਾਡਾ ਆਕਾ ਆ, ਜਿਹੜਾ ਦਿੱਲੀ 'ਚ ਕਹਿੰਦਾ ਮੈਂ ਸਰਪਲਸ ਫੰਡ ਹੈ ਸਾਡੇ ਕੋਲ, ਜਦੋਂ ਦੀ ਸਾਡੀ ਸਰਕਾਰ ਬਣੀ ਹੈ, ਤੁਹਾਡਾ ਪਹਿਲਾ ਫਰਜ਼ ਬਣਦਾ ਸੀ ਜਿਹੜੇ ਆਕਾ ਨੇ ਇੰਟਰਵਿਊਆਂ 'ਚ ਕਿਹਾ ਕਿ ਸਾਡੇ ਕੋਲ ਫੰਡ ਬਹੁਤ ਹੈ, मैंने सारी तैयारी कर ली है जी, दिल्ली मॉडल है, हमारा मॉडल तैयार है। तो दिल्ली मॉडल लागू करन तो पहला दिल्ली तो फंड मंगने बनते सी तुहाडे भगवंत मान जी, वो भी दिल्ली ने आसान नहीं सी करना। पंजाब दा ते पंजाबियां दा पानी बहुत वरत्या उस दिल्ली ने, ਉਹਨੂੰ ਕਹਿਣਾ ਸੀ ਪਹਿਲਾਂ ਭਰਾਵਾ ਤੂੰ ਦੇ ਦੇ, ਮੋਦੀ ਸਾਹਿਬ ਤੋਂ ਅਗਲੀ ਵਾਰੀ ਮੰਗ ਲੂੰਗਾ, ਪਹਿਲੀ ਵਾਰੀ ਉਹ ਜਾ ਕੇ ਮੰਗ ਲਾ ਯਾਰ, ਪਹਿਲੀ ਵਾਰ ਤਾਂ ਮਿਲਣ ਚੱਲਿਆ ਮੈਂ ਮੋਦੀ ਸਾਹਿਬ ਨੂੰ, ਚੰਗਾ ਨਹੀਂ ਲੱਗਦਾ। ਤੁਸੀਂ ਦੋਨਾਂ ਨੇ ਆਪਸ 'ਚ ਸਲਾਹ ਨਹੀਂ ਕੀਤੀ, ਤੁਹਾਨੂੰ ਇੱਕ ਪਾਸੇ ਤੁਸੀਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮਿਲਣ ਗਏ ਹੋ, ਉਹ ਡਰਿਆ ਡੈਂਬਰਿਆ ਜਾ ਮੇਰਾ ਵੀਰ, ਮੋਢੇ ਝੁਕੇ ਹੋਏ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਹੱਥ ਮਿਲਾ ਰਿਹਾ। ਭਾਈ ਪੰਜਾਬੀਆਂ ਯਾਰ ਸਿੱਧੇ ਖੜਿਆ ਕਰੋ। ਉੱਥੇ ਤੁਸੀਂ ਮੰਗਣ ਜਾ ਰਹੇ ਹੋ 50 ਲੱਖ ਕਰੋੜ ਰੁਪਏ ਦਾ ਪੈਕੇਜ, 2 ਸਾਲਾਂ ਵਾਸਤੇ ਤੁਸੀਂ ਕਿਹਾ 50-50 ਲੱਖ ਕਰੋੜ ਰੁਪਏ ਦਾ ਪੈਕੇਜ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਦਿਓ, ਖਜ਼ਾਨਾ ਖਾਲੀ ਹੈ। ਉਹ ਜਿਹੜੇ ਵਾਅਦੇ ਕੀਤੇ ਪੰਜਾਬੀਆਂ ਨਾਲ ਉਹ ਪਹਿਲਾਂ ਨਹੀਂ ਸੀ ਪਤਾ? ਯਾਦ ਹੈ ਤੁਹਾਨੂੰ ਪਿਛਲੀ ਵਾਰੀ ਤੁਸੀਂ ਆਪਣੀਆਂ ਸਪੀਚਾਂ 'ਚ ਕੀ ਕਿਹਾ ਸੀ? ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਐਡੇ ਵਾਅਦੇ ਕਿਉਂ ਕੀਤੇ। ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ ਕਹਿੰਦੇ ਸੀ ਜਿਹੜੇ ਪੂਰੇ ਨਹੀਂ ਸੀ ਕਰਨੇ, ਪਹਿਲਾਂ ਨਹੀਂ ਸੀ ਪਤਾ ਕਿ ਖਜ਼ਾਨਾ ਖਾਲੀ ਹੈ, ਤੇ ਤੁਹਾਨੂੰ ਤਾਂ ਚੰਗੀ ਤਰ੍ਹਾਂ ਪਤਾ ਸੀ ਵੀ ਖਜ਼ਾਨਾ ਖਾਲੀ ਹੈ। ਹਾਲੇ ਜੁਮਾ 7 ਦਿਨ ਹੋਏ ਆ ਬਾਈ ਸੌਂ ਖਾਦੇ ਨੂੰ, ਜਾਂਦੇ ਪਹਿਲੀ ਵਾਰ 'ਚ ਪੈਸੇ ਦੇ ਦਿਓ, ਪੈਸੇ ਦੇ ਦਿਓ।
ਕੇਜਰੀਵਾਲ ਤੋਂ ਮੰਗਣੇ ਸੀ ਨਾ, ਇੱਕ ਮੌਕਾ ਕਿਹਾ ਸੀ ਨਾ ਤੁਸੀਂ, ਉਹ ਤੋਂ ਲੈਣੇ ਸੀ ਉਹ ਪੈਸੇ। ਤੁਸੀਂ ਦੋਨੋਂ ਆਪਸ 'ਚ ਸਲਾਹ ਨਹੀਂ ਕਰਦੇ ਬਿਲਕੁਲ ਵੀ, ਜਾਂ ਉਹ ਜਾਣ ਕੇ ਉਥੋਂ ਦੀ ਉਹ ਤੁਹਾਡੀ ਬੇਇੱਜ਼ਤੀ ਕਰਾਉਣ ਲਈ, ਪੰਜਾਬ ਦੀ ਬੇਇੱਜ਼ਤੀ ਕਰਾਉਣ ਲਈ ਉਹ ਤੁਹਾਨੂੰ ਉੱਥੇ ਮੋਦੀ ਸਾਹਿਬ ਕੋਲ ਭੇਜਦਾ ਤਾਂ ਕਿ ਤੁਹਾਡੀ ਇਮੇਜ ਡਾਊਨ ਹੋ ਜੇ। ਸਾਥੀਓ, ਕੁਝ ਵੀ ਕਹੀ ਜਾਓ ਕਮੈਂਟਾਂ 'ਚ, ਮੇਰੀ ਗੱਲ ਧਿਆਨ ਨਾਲ ਸੁਣ ਲਿਆ ਕਰੋ। ਇੱਕ ਪਾਸੇ ਭਗਵੰਤ ਮਾਨ ਸਾਹਿਬ ਪੰਜਾਬ ਦੀ ਭਲਾਈ ਲਈ, ਕਰਜ਼ਈ ਪੰਜਾਬ ਦੀ ਭਲਾਈ ਲਈ 50 ਲੱਖ ਕਰੋੜ ਦਾ ਪੈਕੇਜ ਮੰਗ ਰਹੇ ਆ, ਆਦਰ ਸਤਿਕਾਰ ਨਾਲ ਖੜੇ ਆ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਦੇ ਅੱਗੇ, ਤੇ ਇੱਕ ਪਾਸੇ ਇਹਨਾਂ ਦਾ ਹੀ ਆਕਾ ਨਕਲੀ ਅਨਿਲ ਕਪੂਰ, ਉਹ ਇੱਕ ਅਲੱਗ ਹੀ ਫੀਲਿੰਗ 'ਚ ਰਹਿੰਦਾ ਹੈ। ਉਹ ਕਹਿੰਦਾ ਲਾਨਤ ਹੈ ਮੋਦੀ ਜੀ, ਲਾਨਤ ਹੈ ਬੀਜੇਪੀ पे। ਵਿਧਾਨ ਸਭਾ ਤੋਂ ਆਪਣੀਆਂ ਸਪੀਚਾਂ 'ਚ ਉਸੇ ਦਿਨ ਦੇ ਆਲੇ ਦੁਆਲੇ, ਉਹ ਤੋਂ ਇੱਕ ਦਿਨ ਪਹਿਲਾਂ ਜਾਂ ਉਸੇ ਦਿਨ, ਉਹ ਉਸੇ ਹੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ ਲਲਕਾਰ ਰਿਹਾ ਤੇ ਕਹਿ ਰਿਹਾ ਲਾਨਤ ਹੈ। ਯਾਰ ਭਗਵੰਤ, ਇੱਕ ਪਾਸੇ ਉਸੇ ਪ੍ਰਾਈਮ ਮਿਨਿਸਟਰ ਤੋਂ ਤੁਸੀਂ ਪੰਜਾਬ ਦੇ ਹਿੱਤ ਲਈ, ਆਪਣੀ ਸਟੇਟ ਲਈ, ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਸਤਿਕਾਰਯੋਗ ਮੋਦੀ ਜੀ ਤੋਂ 50 ਲੱਖ ਕਰੋੜ ਦਾ ਪੈਕੇਜ ਮੰਗਣ ਗਏ, ਤੇ ਤੁਹਾਡਾ ਹੀ ਆਕਾ ਉਸੇ ਦਿਨ, ਉਹਨਾਂ ਦਿਨਾਂ 'ਚ ਹੀ, ਉਹ ਬਾਈ ਜੀ ਪੱਟ ਤੇ ਥਾਪੀਆਂ ਮਾਰ ਮਾਰ ਕੇ ਉਹ ਮੂਸਾ ਵਾਲਾ ਬਣਿਆ ਪਿਆ। ਉਹ ਲਾਨਤ ਹੈ ਕਹਿ ਰਿਹਾ। ਅਗਰ ਬਾਈ ਤੁਹਾਡੇ ਬਿਆਨ ਨਹੀਂ ਰਲਦੇ, ਫਿਰ ਪੰਜਾਬ ਨੂੰ ਏਦਾਂ ਪੈਕੇਜ ਮਿਲ ਜੂਗਾ? ਮੈਨੂੰ ਪਤਾ ਵੀ ਮੋਦੀ ਜੀ ਉਦਾਰ ਦਿਲ ਨੇ, ਉਹ ਪੰਜਾਬ ਦੀ ਸਥਿਤੀ ਨੂੰ ਦੇਖਦੇ ਹੋਏ ਹੋ ਸਕਦਾ ਕੱਲ ਨੂੰ ਹਾਂ ਕਰਨ ਤੇ ਉਹ ਜਿੰਨਾ ਕੁ ਬਣਦਾ ਹੋਇਆ ਦੇ ਵੀ ਦੇਣਗੇ। ਪਰ ਜਿੰਨੇ ਤੁਸੀਂ ਵਾਅਦੇ ਕੀਤੇ, ਪਹਿਲਾਂ ਇੱਕ ਵਾਰੀ ਦੱਸੋ ਕਿ ਮੋਦੀ ਜੀ ਨੂੰ ਪੁੱਛ ਕੇ ਕੀਤੇ ਸੀ? ਯੂ ਆਰ ਵਾਈਜ਼ ਪੀਪਲ, ਬਟ ਚਲਾਕੀ ਤੇ ਚੁਸਤੀ ਇਹ ਫੜੀ ਵੀ ਜਾਂਦੀ ਆ ਨਾ। ਇੱਕੋ ਹੀ ਕਲਾਸ ਚੋਂ ਆਏ ਆ, ਹੈ ਨਾ? ਤੇ ਪਤਾ ਲੱਗਣਾ ਚਾਹੀਦਾ ਇਸ ਪੰਜਾਬ ਨੂੰ, NRIਆਂ ਤੱਕ ਇਹ ਗੱਲ ਜਾਣੀ ਚਾਹੀਦੀ ਹੈ ਕਿ ਬਾਈ ਜੀ ਤੁਸੀਂ ਉੱਥੇ ਜਾ ਕੇ, ਇੱਕ ਬੰਦਾ ਤੇਰਾ ਆਕਾ ਇੱਕ ਤਰ੍ਹਾਂ ਦੀ ਗਾਲ ਹੀ ਕੱਢਦਾ ਉਹ ਜਦੋਂ ਉਹਦੇ 'ਚ ਨਕਲੀ ਅਨਿਲ ਕਪੂਰ ਵੜਦਾ, ਤੇ ਇੱਧਰ ਤੁਸੀਂ ਝੁਕੇ ਖੜੇ ਹੋ ਪੰਜਾਬ ਲਈ। ਉਹਨੂੰ ਕਹਾ ਬਾਈ 2 ਦਿਨ ਠਹਿਰ ਕੇ ਨਹੀਂ ਸੀ ਇਹ ਅਨਿਲ ਕਪੂਰ ਵਾਲਾ ਕੀੜਾ ਕੱਢ ਹੁੰਦਾ। ਉਧਰ ਮੈਂ ਪੈਸੇ ਮੰਗਣ ਗਿਆ, ਉਧਰ ਤੂੰ ਗਾਲਾਂ ਕੱਢੀ ਜਾਣਾ। ਯਾਰ ਏਦਾਂ ਪੈਸੇ ਮਿਲ ਜਾਣਗੇ? ਇਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਤੁਹਾਡੇ ਆਕਾ ਨੇ, ਸੋਚੀ ਸਮਝੀ ਸਾਜ਼ਿਸ਼ ਦੇ ਨਾਲ। ਸੋ ਸਾਥੀਓ, ਕੱਲ ਨੂੰ ਬਹਾਨਾ ਵੀ ਮੈਂ ਤੁਹਾਨੂੰ ਦੱਸ ਦਿੰਦਾ। ਹੁਣ ਚੱਲ ਕੀ ਰਿਹਾ, ਇਹਨਾਂ ਨੇ ਕਹਿਣਾ ਕੀ ਹੈ। ਜਿਵੇਂ ਲੈਫਟੀਨੈਂਟ ਗਵਰਨਰ ਦਿੱਲੀ ਤੇ ਕੇਜਰੀਵਾਲ ਸਾਹਿਬ ਦੋਸ਼ ਲਾ ਦਿੰਦੇ ਸੀ ਨਾ ਜੀ, LG ਨਹੀਂ ਕੰਮ ਕਰਨੇ ਦੇਤੇ ਜੀ, LG ਨਹੀਂ ਕੰਮ ਕਰਨੇ ਦੇਤੇ ਜੀ, ਤੁਰਿਆ ਆਪ ਤੋਂ ਨਾ ਜਾਏ ਫਿੱਟੇ ਮੂੰਹ ਗੋਡਿਆਂ ਦਾ। ਹੁਣ ਇਹਨਾਂ ਨੇ ਕਹਿਣਾ ਮੋਦੀ ਜੀ ਨੇ ਫੰਡ ਨਹੀਂ ਦਿੱਤਾ ਜੀ, ਮੋਦੀ ਜੀ ਨੇ ਫੰਡ ਨਹੀਂ ਦਿੱਤਾ ਜੀ, ਤਾਂ ਕਿ ਜਨਤਾ ਦਾ ਗੁੱਸਾ ਪ੍ਰਾਈਮ ਮਿਨਿਸਟਰ ਸਾਹਿਬ ਵੱਲ ਜਾਵੇ। ਬਈ ਵਾਅਦੇ ਘੱਟ ਕਰਨੇ ਸੀ, ਲੋਕਾਂ ਨੂੰ ਕਹਿ ਦਿੰਦੇ ਤੁਹਾਨੂੰ ਪਤਾ ਸੀ ਨਾ ਖਜ਼ਾਨਾ ਖਾਲੀ ਹੈ। ਜਦੋਂ ਤੁਹਾਨੂੰ ਪਤਾ ਹੈ ਖਜ਼ਾਨਾ ਖਾਲੀ ਹੈ, ਵਾਅਦੇ ਘੱਟ ਕਰ ਲਓ। ਲੋਕਾਂ ਨੂੰ ਕਹੋ ਯਾਰ ਤੁਹਾਨੂੰ ਪਤਾ ਹੀ ਹੈ ਵੀ ਹਾਲਤ ਮਾੜੀ ਹੈ, ਵੀ ਯਕਦਮ ਇੰਨੇ ਵਾਅਦੇ ਨਹੀਂ ਪੂਰੇ ਹੋਣੇ, ਪਰ ਕਰਾਂਗੇ ਸੱਚੇ ਦਿਲੋਂ। ਲੋਕੀ ਪੰਜਾਬੀ ਯਾਰ, ਪੰਜਾਬੀ ਤਾਂ ਘਰ ਆਇਆ ਸਾਧੂ ਨਹੀਂ ਖਾਲੀ ਮੋੜਦੇ। ਥੋੜੀ ਗੱਲ ਤੇ ਸ਼ਾਇਦ ਯਕੀਨ ਕਰ ਲੈਂਦੇ, ਪਰ ਜਿਹੜੇ ਲੋਲੀਪੌਪ ਦਿੱਤੇ, ਇੰਨੇ ਯੂਨਿਟ ਫ੍ਰੀ, 300 ਯੂਨਿਟ ਫ੍ਰੀ, ਜੇ 301 ਆ ਗਏ ਬਿੱਲ 300 ਦਾ ਵੀ ਲੱਗੂਗਾ। ਹੈ ਚੁਸਤੀ? ਤੁਹਾਨੂੰ ਪਤਾ ਅੱਗੇ ਹੁਣ ਗਰਮੀਆਂ 'ਚ AC ਚੱਲਣੇ ਆ, ਪੱਖੇ ਚੱਲਣੇ ਆ, ਤੇ ਬਾਈ ਜੀ ਇਹ ਫ੍ਰੀ ਬੀਜ਼ ਵੰਡੀਆਂ ਕਿਉਂ? ਸਟੇਟ ਕਿਵੇਂ ਚਲਾਉਣੀ ਆ? ਜਦੋਂ ਪਤਾ ਹੋਵੇ ਕੁੜੀ ਦਾ ਵਿਆਹ ਧਰਿਆ, ਤੇ ਬੰਦੇ ਨੂੰ ਖਰਚਾ ਸੋਚ ਸਮਝ ਕੇ ਕਰਨਾ ਚਾਹੀਦਾ। ਸੋ ਸਾਥੀਓ, ਇਹ 35,000 ਮੁਲਾਜ਼ਮ ਜਿਹੜੇ ਪੱਕੇ ਹੋਣ ਦੀ ਗੱਲ ਕੀਤੀ ਹੈ, ਇਹਦੀ ਵੀ ਸੁਣਨਾ ਚਾਹੁੰਦਾ ਵੀ ਸੁਪਰੀਮ ਕੋਰਟ ਦਾ ਡਿਸੀਜਨ ਕੱਲ ਨੂੰ ਸੁਪਰੀਮ ਕੋਰਟ ਤੇ ਨਾ ਮਾਨਯੋਗ ਤੇ ਸਿੱਟ ਦੇਣ ਇਹ, ਕਿ ਉਹਨਾਂ ਨੇ ਨਹੀਂ ਕੀਤਾ ਸੀ ਤਾਂ ਕਰਤਾ ਸੀ। ਠੀਕ ਹੈ, ਲਪੇਟੀ ਜਾਓ, ਧਿਆਨ ਨਾਲ ਸੁਣਿਆ ਕਰੋ। ਇੱਥੇ ਜੋ ਆ ਇੱਕ ਬੰਦਾ ਪਨੀ, ਇੱਕ ਨੇ ਨਾ ਸਪੈਸ਼ਲ, ਮੈਨੂੰ ਪਤਾ ਘੱਟੋ ਘੱਟ 100-150 ਬੰਦਾ ਤਾਂ ਇਹਨਾਂ ਨੇ ਲਾਇਆ ਹੋਇਆ ਵੀ ਜਦੋਂ ਜੱਸੀ ਜਸਰਾਜ ਬੋਲੇ ਤੁਸੀਂ ਬਾਈ ਪਹਿਲਾਂ ਹੀ ਕਮੈਂਟ ਤਿਆਰ ਰੱਖਣੇ ਆ। ਤੇ ਬਾਈ ਜੀ ਫਰਕ ਕੀ ਪੈਂਦਾ ਹੈ? ਆ ਦੇਖ ਰਹੇ ਹੋ ਨੂਰ ਚਿਹਰੇ ਤੇ, ਕਿਰਪਾ
ਕਿਰਪਾ ਆ, ਬਹੁਤ ਕਿਰਪਾ। ਸੱਚ ਬੋਲਣੋਂ ਨਹੀਂ ਕਦੀ ਕੋਈ ਡੱਕ ਸਕਦਾ। ਤੁਸੀਂ ਵੀ ਇੱਕ ਦਿਨ ਸੋਝੀ ਆਉਣੀ ਆ ਤੁਹਾਨੂੰ, ਜਿਵੇਂ ਬਾਈ ਦੀਪ ਸਿੱਧੂ ਦੀਆਂ ਸਪੀਚਾਂ ਲਾ ਕੇ ਪਿੱਛੇ ਸੈਡ ਜੀ ਬਾਂਸੁਰੀ ਲਾ ਕੇ ਚੇਤੇ ਆਉਂਦੀਆਂ ਨੇ ਨਾ, ਫਿਰ ਬਾਅਦ ਚ ਬੰਦਾ ਕਹਿੰਦਾ ਓਏ ਹੋਏ ਹੋਏ, ਚੇਤੇ ਆਉਂਦੇ ਹੁੰਦੇ ਬੰਦੇ ਫਿਰ। ਸੋ ਚੇਤਾ ਰੱਖਿਓ ਕਿ MP 13 ਸੀਟਾਂ ਨੇ ਪੰਜਾਬ ਦੀਆਂ, ਮੈਂਬਰ ਆਫ ਪਾਰਲੀਮੈਂਟ, ਲੋਕ ਸਭਾ। ਰਾਜ ਸਭਾ ਦੇ ਵਿੱਚ ਵੀ ਬਹੁਤ ਸੀਮਿਤ ਨੇ, 7-8। ਉਹਨਾਂ ਚੋਂ 5 ਤੁਸੀਂ ਦੇਖ ਲੈ ਕਿਹੋ ਜਿਹੇ ਭੇਜੇ ਨੇ। ਤਾਂ ਕੱਲ ਨੂੰ ਮੋਦੀ ਜੀ ਤੇ ਜਾਂ ਸਾਡੀ BJP ਸਰਕਾਰ ਤੇ ਦੋਸ਼ ਨਹੀਂ ਦੇਣਾ, ਕਿਉਂਕਿ ਤੁਸੀਂ 2.25 ਕਰੋੜ ਚੋਂ ਬੰਦੇ, ਅਗਰ ਕੋਈ ਜਿਹੜੇ ਪੰਜਾਬ ਦੀ ਹਿਸਟਰੀ ਨੂੰ, ਕਿਸਾਨਾਂ ਨੂੰ, ਪਿੰਡਾਂ ਨੂੰ, ਪੰਜਾਬ ਦੇ ਮੁੱਦਿਆਂ ਨੂੰ ਅੰਦਰੋਂ ਬਾਹਰ ਜਾਣਦੇ ਹੀ ਨਹੀਂ, ਜਿਨ੍ਹਾਂ ਦੀ ਰਿਸਰਚ ਹੀ ਕੋਈ ਨਹੀਂ, ਉਹਨਾਂ ਬੰਦਿਆਂ ਨੂੰ ਜਦੋਂ ਤੁਸੀਂ ਰਾਜ ਸਭਾ 'ਚ ਭੇਜੋਗੇ, ਜਿਨ੍ਹਾਂ ਨੇ 2.25 ਕਰੋੜ ਪੰਜਾਬੀ ਐਜ਼ ਪਰ ਭਗਵੰਤ ਮਾਨ, ਉਹਨਾਂ ਦੀ ਆਵਾਜ਼ ਚੱਕਣੀ ਸੀ, ਉਹ ਬੰਦੇ ਐਡੇ ਬੋਦੇ ਭੇਜੇ ਨੇ, ਐਡੇ ਸਿਫਾਰਸ਼ੀ ਭੇਜੇ ਨੇ। ਉਹ ਭ੍ਰਿਸ਼ਟਾਚਾਰ, ਮੈਂ ਕਿਹਾ, ਉਹ ਯਾਦ ਰੱਖੋ, ਭ੍ਰਿਸ਼ਟਾਚਾਰ ਇਹਨੂੰ ਹੀ ਕਹਿੰਦੇ ਹੁੰਦੇ ਆ, ਜਦੋਂ ਨਾ ਕਾਬਿਲ ਬੰਦਾ ਪੋਸਟ ਤੇ ਪਹੁੰਚ ਜਾਵੇ ਤੇ ਜਿਹੜੇ ਕਾਬਿਲ ਨੇ ਉਹ ਵਿਚਾਰੇ ਧੱਕੇ ਖਾਂਦੇ ਰਹਿਣ। ਸੋ ਜਦੋਂ ਉਹਨਾਂ ਨੇ ਪੰਜਾਬ ਦੀ ਆਵਾਜ਼ ਨਹੀਂ ਚੱਕਣੀ, ਤਾਂ ਤੁਹਾਡੀ ਪਿੱਠ 'ਚ ਜਿਹੜਾ ਛੁਰਾ ਪੰਜਾਬੀਓ ਮਾਰਿਆ, ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਦਿੱਲੀ ਦੀ ਲੀਡਰਸ਼ਿਪ ਤੇ 91 MLA ਜਿਹੜੇ ਚੁਣੇਗੇ, ਜਿਨ੍ਹਾਂ ਨੂੰ ਸੁਸਰੀ ਸੌਂਗੀ, ਜਿਹੜੇ ਬੋਲੇ ਨਹੀਂ, ਇੱਕ ਨਹੀਂ ਬੋਲਿਆ ਮਾਈ ਦਾ ਲਾਲ ਵੀ ਵੋਟਾਂ ਪੰਜਾਬੀਆਂ ਨੇ ਪਾਈਆਂ। ਸੋ ਸਾਵਧਾਨ ਰਹੋ, ਅਸੀਂ ਓਪੋਜੀਸ਼ਨ 'ਚ ਹੈ ਤੇ ਸਾਡਾ ਫਰਜ਼ ਹੈ ਸ਼ੀਸ਼ਾ ਦਿਖਾਉਣਾ। ਬਾਅਦ 'ਚ ਨਾ ਕਿਹੋ ਤਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗ ਗਈ ਖੇਤ। ਸੋ ਆਪ ਸਭ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਜਿਨ੍ਹਾਂ ਨੇ ਕੋਈ ਗਾਲਾਂ ਗੂਲਾਂ ਕੱਢਦੇ ਨੇ, ਪ੍ਰਮਾਤਮਾ ਮਣਾ ਮੂੰਹੀ ਕਰਕੇ ਤੁਹਾਨੂੰ ਵਾਪਸ, ਜਿਨ੍ਹਾਂ ਕੋਈ ਦੁਆਵਾਂ ਦਿੱਤੀਆਂ ਨੇ, ਲੱਖ ਲੱਖ ਦੁਆਵਾਂ ਤੁਹਾਨੂੰ ਵਾਪਸ। ਤੇ ਜਿਨ੍ਹਾਂ ਨੇ ਮੰਦਾ ਹੀ ਬੋਲਣਾ ਹੈ ਤੇ ਪੇੜ ਮੰਦਾ ਬੋਲਣਾ ਹੈ, ਪ੍ਰਮਾਤਮਾ ਤੁਹਾਡੇ ਵੀ ਬਰਕਤ ਕਰੇ ਵੀਰ, ਤੁਹਾਡੀ ਸਿਹਤ ਠੀਕ ਰਹੇ, ਤੁਸੀਂ ਚੜ੍ਹਦੀ ਕਲਾ 'ਚ ਰਹੋ ਜੀ, ਸੱਚ ਨਾਲ ਖੜਨ ਦੀ ਤਾਕਤ ਬਖਸ਼ੇ, ਇਹੀ ਦੁਆ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।